हेलो स्टूडेंट्स, मैं जसवीर सिंह ਤੁਹਾਨੂੰ ਅੱਜ ਤੋਂ इंग्लिश ਦੇ ਬਾਰੇ ਜਾਣਕਾਰੀ ਪੰਜਾਬੀ 'ਚ ਖਾਸ ਕਰਕੇ ਦਵਾਂਗਾ। ਤੇ ਅੱਜ ਜਿਹੜਾ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਇੰਗਲਿਸ਼ ਦੀ ਕਰਾਂਗੇ ਉਹ ਟੈਂਸਾਂ ਤੋਂ ਕਰਾਂਗੇ। ਟੈਂਸਾਂ ਦੇ ਉੱਤੇ ਬਹੁਤ ਸਾਰੀ ਅੰਗਰੇਜ਼ੀ ਖੜੀ ਆ, ਸਾਰੀ ਤਾਂ ਨਹੀਂ, ਬਹੁਤ ਸਾਰੀ ਖੜੀ ਆ। ਤੇ ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਜੇ ਟੈਂਸਾਂ ਦੀ ਜਾਣਕਾਰੀ ਤੁਹਾਨੂੰ ਹੋਏਗੀ ਤਾਂ ਤੁਸੀਂ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ। ਤਾਂ ਲਓ, ਅੱਜ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਤੋਂ ਸ਼ੁਰੂਆਤ ਕਰਾਂਗੇ। ਪ੍ਰੈਜ਼ੈਂਟ ਇੰਡੈਫੀਨਿਟ ਨੂੰ ਪਹਿਚਾਨਣ ਦੇ ਲਈ ਪੰਜਾਬੀ ਦੇ ਵਿੱਚ ਖਾਸ ਕਰਕੇ ਆਇਡੈਂਟੀਫਿਕੇਸ਼ਨ ਜਿਹਦਾ ਮਤਲਬ ਪਹਿਚਾਣ ਹੈ। ਜਿਹੜੇ ਵਾਕਾਂ ਦੇ ਅੰਤ ਵਿੱਚ ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ ਆਦਿ ਆਉਂਦਾ ਹੈ ਤਾਂ ਉਹ ਸੈਂਟੈਂਸਿਸ ਨੂੰ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਕਹਿੰਦੇ। ਪ੍ਰੈਜ਼ੈਂਟ ਇੰਡੈਫੀਨਿਟ ਦਾ ਰੂਲ ਹੈ verb the first form with plural V1 with S or ES with singular subjects। singular subjects तो मतलब हैगा he, she, it etc। plural तो मतलब हैगा I, we, you, they। right। sentence ਦੇ through ਤੁਹਾਨੂੰ clear ਹੋਏਗਾ कि V1 with S or ES ਤੇ V1 ਵਿਦਾਊਟ S ਜਾਂ ES ਤੋਂ ਕੀ ਮਤਲਬ ਹੈ। ਅਫਰਮੇਟਿਵ ਸੈਂਟੈਂਸਸ ਮਤਲਬ ਕਿ ਸਧਾਰਨ ਵਾਕ ਜਿਨ੍ਹਾਂ ਦੇ ਵਿੱਚ ਨਾ ਨੈਗੇਟਿਵ, ਨਾ ਇੰਟਰੋਗੇਟਿਵ, ਨਾ WH ਕੁਐਸਚਨ ਮਾਰਕ ਵਾਲੇ ਸੈਂਟੈਂਸਸ ਹੋਣਗੇ। ਜਿਸ ਤਰ੍ਹਾਂ ਉਹ ਸਕੂਲ ਜਾਂਦਾ ਹੈ, ਉਹ ਸਕੂਲ ਜਾਂਦਾ ਹੈ। ਇਹ ਪ੍ਰੈਜ਼ੈਂਟ ਇੰਡੈਫੀਨਿਟ ਦਾ ਸਿੰਪਲ ਸੈਂਟੈਂਸ ਹੈਗਾ। ਅਫਰਮੇਟਿਵ, ਸਿੰਪਲ, ਪੋਜ਼ਿਟਿਵ, ਅਸਰਟਿਵ, ਇਹਨਾਂ ਦੇ ਵੱਖਰੇ ਵੱਖਰੇ ਨਾਮ ਨੇ। ਇਹ ਬਣੇਗਾ he goes to school full stop। he singular ਜਿਸ ਤਰ੍ਹਾਂ ਦੱਸਿਆ ਉੱਪਰ। go verb ਦੀ ਫਸਟ ਫਾਰਮ, ਉਹਦੇ ਨਾਲ S ਜਾਂ ES, ਜਿਸ ਤਰ੍ਹਾਂ ਮੈਂ ਦੱਸਿਆ ਕਿ V1 ਦੇ ਨਾਲ S ਜਾਂ ES ਲੱਗਦੀ ਆ। ਸੇਮ ਰੂਲ ਅਪਲਾਈ ਕਰਕੇ ਉਸ ਤੋਂ ਬਾਅਦ ਟੂ ਪ੍ਰੈਪੋਜੀਸ਼ਨ, ਸਕੂਲ ਆਬਜੈਕਟ ਹੈਗਾ। ਇਹ ਸੈਂਟੈਂਸ ਸਾਡਾ ਬਿਲਕੁਲ ਸਹੀ ਹੈਗਾ। ਉਹ ਸਕੂਲ ਜਾਂਦੇ ਹਨ, ਉਹ ਸਕੂਲ ਜਾਂਦੇ ਹਨ ਦੇ ਇੰਗਲਿਸ਼ ਬਣੇਗੀ ਦੇ ਗੋ ਟੂ ਸਕੂਲ। ਹੁਣ ਕਿਉਂਕਿ ਦੇ ਇੱਥੇ ਪਲੂਰਲ ਹੈਗਾ, ਇਸ ਕਰਕੇ ਮੈਂ ਵਰਬ ਦੀ ਫਸਟ ਫਾਰਮ ਇੱਥੇ ਅਪਲਾਈ ਕੀਤੀ ਹੈਗੀ ਆ। ਉਸ ਤੋਂ ਬਾਅਦ ਆਬਜੈਕਟਿਵ ਪਾਰਟ ਹੈ। ਇਹ ਸਿੰਗੂਲਰ ਦੇ ਨਾਲ ਸੀ, ਇਹ ਪਲੂਰਲ ਦੇ ਨਾਲ ਸੀ। ਦੈਨ ਨੈਗੇਟਿਵ
sentences ਨਾਵਾਚਕ ਫਿਕਰੇ ਨਾਵਾਚਕ ਵਾਕ ਨਾਵਾਚਕ ਵਾਕਾਂ ਦੇ ਵਿੱਚ ਬਹੁਤ ਇੰਪੋਰਟੈਂਟ ਹੈਗਾ ਕਿ ਹੈਲਪਿੰਗ ਵਰਬ ਇੱਥੇ ਇੰਟਰੋਡਿਊਸ ਹੋ ਜਾਂਦੀ ਹੈ do not ਤੇ does not ਜਿਹੜੀ do not ਹੈ with plural ਤੇ does not with singular do not plural ਦੇ ਨਾਲ does not singular ਦੇ ਨਾਲ singular plural ਕੀ ਨੇ ਉਹ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਦੇਖ ਚੁੱਕੇ ਹਾਂ ਸੈਂਟੈਂਸ ਅਸੀਂ ਲਵਾਂਗੇ ਚਲੋ ਜੇ ਅਸੀਂ ਇਹਨੂੰ ਹੀ ਬਣਾ ਲਈਏ ਨੈਗੇਟਿਵ ਦੇ ਵਿੱਚ ਤਾਂ ਬੜੀ ਆਸਾਨੀ ਹੋਏਗੀ ਉਹ ਸਕੂਲ ਨਹੀਂ ਜਾਂਦਾ ਹੈ he does not go to school ਜਦੋਂ ਅਸੀਂ do not ਜਾਂ does not helping verb ਦੀ ਵਰਤੋਂ ਕਰ ਲੈਂਦੇ ਆ ਤਾਂ ਉਸ ਤੋਂ ਬਾਅਦ verb ਦੀ ਫਸਟ ਫਾਰਮ ਹੀ ਲਾਣੀ ਹੈ ਕਿਉਂਕਿ do ਦੇ ਨਾਲ ਫਸਟ ਫਾਰਮ ਦੇ ਨਾਲ ਆਲਰੇਡੀ es ਲੱਗਿਆ ਹੋਇਆ ਇਹ ਬੜਾ ਗੌਰ ਕਰਨ ਵਾਲੀ ਗੱਲ ਹੈਗੀ ਆ ਦੈਨ ਸੈਕੰਡ ਦਾ ਉਹ ਸਕੂਲ ਨਹੀਂ ਜਾਂਦੇ ਹਨ they do not go to school they plural ਹੈ plural ਦੇ ਨਾਲ ਤਾਂ ਵੈਸੇ verb ਦੀ ਫਸਟ ਫਾਰਮ ਹੀ ਆਣੀ ਹੈ verb ਦੀ ਫਸਟ ਫਾਰਮ ਲੱਗੀ ਹੈ ਤੇ do helping verb ਇਹਦੇ ਵਿੱਚ ਐਡੀਸ਼ਨਲ ਹੈਗਾ ਜੇਕਰ ਸੈਂਟੈਂਸ ਨੈਗੇਟਿਵ ਦੇ ਵਿੱਚ ਹੈ ਇਹ ਬਹੁਤ ਜ਼ਰੂਰੀ ਹੈਗਾ ਨੈਗੇਟਿਵ ਦੇ ਵਿੱਚ ਅਦਰਵਾਈਜ਼ ਕੀ ਹੁੰਦਾ ਹੈ ਬੱਚੇ ਇੱਥੇ ਸਿੱਧਾ ਹੀ he do not go to school he ਦੇ ਨਾਲ do not ਕਦੇ ਨਹੀਂ ਲਾਣਾ he singular ਅਪਲਾਈ ਕਰਨਾ does not right interrogative sentences third ਸਾਡਾ type of sentence हैगा interrogative sentences interrogative means प्रश्नवाचक प्रश्नवाचक ਇਹਨੂੰ ਅਸੀਂ ਪੰਜਾਬੀ ਚ ਪ੍ਰਸ਼ਨਵਾਚਕ ਫਿਕਰੇ ਕਹਿੰਦੇ ਆ ਜਦੋਂ ਅਸੀਂ ਕਿਸੇ ਨੂੰ ਕੋਈ ਕੁਐਸਚਨ ਕਰਦੇ ਆ ਕੁਐਸਚਨ ਪੁੱਟ ਅਪ ਕਰਦੇ ਆ ਇਹ ਬਣਾਉਣ ਦੇ ਲਈ do ਤੇ does ਵਾਕ ਦੇ ਸ਼ੁਰੂ ਵਿੱਚ ਤੇ ਐਂਡ ਵਿੱਚ ਸਾਈਨ ਆਫ ਇੰਟਰੋਗੇਸ਼ਨ ਦਾ ਯੂਜ਼ ਹੁੰਦਾ ਹੈ ਜਿਸ ਤਰ੍ਹਾਂ ਇਹਨਾਂ ਨੂੰ ਹੀ ਅਸੀਂ ਅੱਗੇ ਵਧਾਵਾਂਗੇ ਕਿ ਉਹ ਸਕੂਲ ਜਾਂਦਾ ਹੈ ਸਾਈਨ ਆਫ ਇੰਟਰੋਗੇਸ਼ਨ ਆਮ ਤੌਰ ਤੇ ਇੰਟਰੋਗੇਟਿਵ ਵਾਲੇ ਜਿਹੜੇ ਸੈਂਟੈਂਸਸ ਨੇ ਉਹ ਕੀ ਤੋਂ ਸ਼ੁਰੂ ਹੁੰਦੇ ਨੇ ਕੀ ਤੋਂ ਮਤਲਬ ਕੁਐਸਚਨ ਕਿ ਉਹ ਸਕੂਲ ਜਾਂਦਾ ਹੈ ਤੇ ਇੰਗਲਿਸ਼ ਬਣੇਗੀ does he go to school sign of interrogation ਇਹਦਾ ਬਹੁਤ ਖਿਆਲ ਰੱਖਣਾ ਇੰਟਰੋਗੇਟਿਵ ਵਿਦਆਊਟ ਇੰਟਰੋਗੇਸ਼ਨ ਸਾਈਨ ਦੇ ਸੈਂਟੈਂਸ ਇੰਟਰੋਗੇਟਿਵ ਨਹੀਂ ਹੁੰਦਾ ਤੇ ਹਮੇਸ਼ਾ ਕੈਪੀਟਲ ਲੈਟਰ ਰੱਖਣਾ ਜਦੋਂ ਅਸੀਂ ਕੋਈ ਵੀ ਸੈਂਟੈਂਸ ਨੂੰ ਸ਼ੁਰੂ ਕਰਦੇ ਹਾਂ ਇੰਗਲਿਸ਼ ਇਹ ਰੂਲ ਹੈਗਾ ਇਹ ਬੜਾ ਗੌਰ ਕਰਨ ਵਾਲੀ ਚੀਜ਼ ਹੈਗੀ ਹੈ ਕੈਪੀਟਲ ਲੈਟਰ ਨਾਲ ਸ਼ੁਰੂ ਕਰਕੇ ਐਂਡ ਫੁੱਲ ਸਟਾਪ ਨਾ ਕਰੋ ਅਦਰ ਨਾਰਮਲ ਸੈਂਟੈਂਸ ਆ ਇੰਟਰੋਗੇਟਿਵ ਦੇ ਵਿੱਚ ਸਾਈਨ ਆਫ ਇੰਟਰੋਗੇਟਿਵ ਯੂਜ਼ ਕਰਨਾ ਸੈਕੰਡ ਸੈਂਟੈਂਸ
कि ਉਹ ਸਕੂਲ ਜਾਂਦੇ ਹਨ, साइन ऑफ इंटरोगेशन। Do they go to school? ਇੰਟਰੋਗੇਟਿਵ ਦੇ ਵਿੱਚ ਕੀ ਹੈ, ਡੂ ਜਾਂ ਡਸ ਜਦੋਂ ਅਸੀਂ ਅਪਲਾਈ ਕਰਦੇ ਹਾਂ ਉਸ ਤੋਂ ਬਾਅਦ ਸਬਜੈਕਟ ਲੱਗਣਾ ਹੈਗਾ। ਇਹ ਸਬਜੈਕਟ ਹੈਗਾ ਦੇ, ਇਸ ਕੇਸ ਦੇ ਵਿੱਚ ਹੀ ਸਬਜੈਕਟ ਹੈਗਾ। ਹੈਲਪਿੰਗ ਵਰਬ ਡੂ ਜਾਂ ਡਸ ਤੋਂ ਬਾਅਦ ਸਬਜੈਕਟ ਲਾਣਾ, ਫਿਰ ਸਬਜੈਕਟ ਤੋਂ ਬਾਅਦ ਵਰਬ ਦੀ ਵਰਤੋਂ ਕਰਕੇ ਫਿਰ ਆਬਜੈਕਟ ਨੂੰ ਪਲੇਸ ਕਰਨਾ ਹੈਗਾ। ਟੈਕਨੀਕਲੀ ਇਹ ਬਹੁਤ ਜ਼ਰੂਰੀ ਹੈ, ਬੱਚੇ ਇੱਥੇ ਗਲਤੀ ਕਰਦੇ ਨੇ। ਇੰਟਰੋਗੇਟਿਵ ਤੋਂ ਬਾਅਦ ਇੰਟਰੋਗੇਟਿਵ ਨੈਗੇਟਿਵ ਸੈਂਟੈਂਸਿਸ। ਇੰਟਰੋਗੇਟਿਵ ਨੈਗੇਟਿਵ ਬਹੁਤ ਆਸਾਨ ਲੱਗਦਾ ਦੇਖਣ ਨੂੰ, ਬਸ ਇਹਦੇ ਨਾਲ ਨੋਟ ਲਾ ਦੇਣਾ, ਪਰ ਟੈਕਨੀਕਲੀ ਇਦਾਂ ਨਹੀਂ ਹੈਗਾ। ਨੈਗੇਟਿਵ ਇੰਟਰੋਗੇਟਿਵ ਨੈਗੇਟਿਵ ਅਸੀਂ ਇਹਨਾਂ ਦੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸਕੂਲ ਨਹੀਂ ਜਾਂਦਾ ਹੈ, ਸਾइन ऑफ इंटरोगेशन, क्योंकि इंटरोगेटिव नेगेटिव हैगा। डज ही नॉट गो टू स्कूल? ਹੁਣ ਬੱਚੋ ਇਹਦੇ ਵਿੱਚ ਦੇਖਣ ਵਾਲੀ ਚੀਜ਼ ਟੈਕਨੀਕਲੀ ਕਿਹੜੀ ਹੈਗੀ ਆ, ਉਹ ਇਹ ਹੈਗਾ ਕਿ ਡਜ਼ ਤੋਂ ਬਾਅਦ ਸਬਜੈਕਟ ਲੱਗਣਾ, ਸਬਜੈਕਟ ਤੋਂ ਬਾਅਦ ਨੋਟ ਲੱਗਣਾ, ਨਾ ਕਿ ਤੁਸੀਂ ਡਜ਼ ਨੋਟ ਹੀ ਗੋ ਟੂ ਸਕੂਲ ਕਰਨਾ। ਆਮ ਤੌਰ ਤੇ ਬੱਚੇ ਡਜ਼ ਨੋਟ ਹੀ ਗੋ ਟੂ ਸਕੂਲ ਯੂਜ਼ ਕਰਦੇ ਆ, ਪੈਟਰਨ ਜਿਹੜਾ ਕਿ ਗਲਤ ਹੈਗਾ। ਪਹਿਲਾਂ ਹੈਲਪਿੰਗ ਵਰਬ, ਫਿਰ ਸਬਜੈਕਟ ਭਾਵੇਂ ਸਿੰਗੂਲਰ ਹੈ ਤੇ ਭਾਵੇਂ ਪਲੂਰਲ ਹੈ, ਉਸ ਤੋਂ ਬਾਅਦ ਨੋਟ ਲਾਉਣਾ। ਹਮੇਸ਼ਾ ਇਹ ਰੂਲ ਪੱਕਾ ਹੀ ਹੈ, ਇਹ ਦਿਮਾਗ 'ਚ ਆਪਦੇ ਗੱਲ ਨੋਟ ਕਰ ਲਓ। ਉਸ ਤੋਂ ਬਾਅਦ ਵਰਬ ਲਾਉਣ ਤੋਂ ਬਾਅਦ ਅਸੀਂ ਆਬਜੈਕਟ ਲਾਉਣਾ ਹੈਗਾ। ਦੈਨ ਨੈਕਸਟ ਸਾਡਾ ਹੈਗਾ ਕਿ ਉਹ ਸਕੂਲ ਨਹੀਂ ਜਾਂਦੇ ਹਨ, ਸਾइन ऑफ इंटरोगेशन। ਇਸੇ ਤਰ੍ਹਾਂ ਹੀ ਅਸੀਂ ਇਹਨੂੰ ਲਿਖਾਂਗੇ, ਕਿਉਂਕਿ ਡੂ ਹੈਲਪਿੰਗ ਵਰਬ ਪਲੂਰਲ ਵਾਸਤੇ ਅਸੀਂ ਕਰਨਾ, ਡੂ ਦੇ ਸਬਜੈਕਟ ਆ ਗਿਆ ਸਾਡਾ, ਪਲੂਰਲ ਹੈ ਜਿਹੜਾ ਕਿ ਡੂ ਦੇ ਨੋਟ ਗੋ ਟੂ ਸਕੂਲ, ਰਾਈਟ। ਪੁਆਇੰਟ ਟੂ ਬੀ ਨੋਟਡ ਇਹ ਹੈਗਾ, ਹੈਲਪਿੰਗ ਵਰਬ, ਉਸ ਤੋਂ ਬਾਅਦ ਸਬਜੈਕਟ, ਦੈਨ ਨੋਟ ਹੈ, ਉਸ ਤੋਂ ਬਾਅਦ ਬਾਕੀ ਸੈਂਟੈਂਸ ਦਾ ਹਿੱਸਾ। ਇਸ ਤੋਂ ਬਾਅਦ ਬੱਚੋ ਲਾਸਟ ਦੇ ਵਿੱਚ ਜਿਹੜਾ ਟਾਈਪ ਆਫ ਸੈਂਟੈਂਸਸ ਦੇ ਵਿੱਚ ਹੈਗਾ WH ਫੈਮਿਲੀ ਦੇ ਸੈਂਟੈਂਸਸ। WH ਫੈਮਿਲੀ ਦੇ ਸੈਂਟੈਂਸਸ। ਹੁਣ WH ਫੈਮਿਲੀ ਦੇ ਸੈਂਟੈਂਸਸ ਕੀ ਹੁੰਦੇ ਨੇ? WH ਵਰਡ ਤੋਂ ਸ਼ੁਰੂ ਹੋਣ ਵਾਲੇ ਜਿਹੜੇ ਵਰਡਸ ਨੇ, WH ਤੋਂ ਸ਼ੁਰੂ ਹੋਣ ਵਾਲੇ ਵਰਡਸ ਕਿਹੜੇ ਕਿਹੜੇ ਨੇ? ਉਹ ਹੈ ਨੇ when, where, what, why, etc. ਜਿਸ ਤਰ੍ਹਾਂ ਅਸੀਂ ਕਿਹਾ ਉਹ ਸਕੂਲ ਕਿਉਂ ਗਿਆ, ਕਿਉਂ ਜਾਂਦਾ ਹੈ, ਗਿਆ ਨਹੀਂ, ਕਿਉਂ ਜਾਂਦਾ ਹੈ, ਕਿਉਂ ਜਾਂਦਾ है, साइन ऑफ इंटरोगेशन, क्योंकि इंटरोगेटिव है। ਉਹ ਸਕੂਲ ਕਿਉਂ ਜਾਂਦਾ ਹੈ? ਸਭ ਤੋਂ ਪਹਿਲਾਂ WH ਫੈਮਿਲੀ, ਕਿਉਂ ਦਾ ਮਤਲਬ ਹੈਗਾ ਵਾਈ। ਉਸ ਤੋਂ ਬਾਅਦ ਅਸੀਂ ਹੈਲਪਿੰਗ ਵਰਬ ਯੂਜ਼ ਕਰਾਂਗੇ। ਹੈਲਪਿੰਗ ਵਰਬ ਸਾਡੇ ਕੋਲ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਡੂ ਤੇ ਡਜ਼ ਨੇ। ਅਕੋਰਡਿੰਗ ਟੂ ਦੀ ਸਬਜੈਕਟ ਹੈਲਪਿੰਗ ਵਰਬ ਡੂ ਤੇ ਡਜ਼ ਯੂਜ਼ ਹੋਏਗੀ। ਉਹ ਸਕੂਲ ਜਾਂਦਾ ਹੈ, ਇਸ ਦੇ ਵਿੱਚ ਸਿੰਗੂਲਰ ਸਬਜੈਕਟ ਹੈਗਾ, ਸਿੰਗੂਲਰ ਵਾਸਤੇ ਅਸੀਂ ਡਜ਼ ਯੂਜ਼ ਕਰਦੇ ਹਾਂ। ਵਾਈ ਡਜ਼ ਹੀ ਗੋ ਟੂ ਸਕੂਲ, ਸਾਈਨ ਆਫ ਇੰਟਰੋਗੇਸ਼ਨ। ਉਸ ਤੋਂ ਬਾਅਦ ਨੈਕਸਟ ਅਸੀਂ ਲਵਾਂਗੇ
ਉਹ ਕਦੋਂ ਸਕੂਲ ਜਾਂਦੇ ਹਨ। ਹੁਣ ਕਦੋਂ ਦੀ ਜਿਹੜੀ ਇੰਗਲਿਸ਼ ਸਾਨੂੰ WH ਫੈਮਿਲੀ ਚੋਂ ਲੱਭਣੀ ਪੈਣੀ ਆ ਵੀ ਕਿਹਦਾ ਮਤਲਬ ਕਦੋਂ ਹੈਗਾ। ਕਦੋਂ ਦਾ ਮਤਲਬ when, ਕਦੋਂ। ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਦੱਸਿਆ WH ਫੈਮਿਲੀ ਲਾ ਕੇ ਫਿਰ ਹੈਲਪਿੰਗ ਵਰਬ ਲਾਉਣੀ ਆ। ਹੈਲਪਿੰਗ ਵਰਬ ਅਕੋਰਡਿੰਗ ਟੂ ਦੀ ਸੈਂਟੈਂਸ ਦੇ ਸਬਜੈਕਟ ਦੇ ਅਕੋਰਡਿੰਗਲੀ ਲੱਗਣੀਆਂ। ਹੁਣ ਸਬਜੈਕਟ ਇੱਥੇ ਸੈਂਟੈਂਸ ਦੇ ਵਿੱਚ ਪਲੂਰਲ ਹੈਗਾ when, do ਅਸੀਂ ਪਲੂਰਲ ਵਾਸਤੇ ਹੈਲਪਿੰਗ ਵਰਬ ਯੂਜ਼ ਕਰਦੇ ਹਾਂ। when do they go to school, right? ਇਹ ਜਿਹੜਾ ਸੀਗਾ ਹੁਣ ਇੱਕ ਸਾਡਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਜਿਹੜਾ ਸੀਗਾ ਬੱਚੇ ਪੂਰਾ ਹੋਇਆ ਹੈਗਾ। ਉਮੀਦ ਹੈ ਕਿ ਮੈਨੂੰ ਸਾਰੀ ਸਮਝ ਆ ਗਈ ਹੋਊਗੀ ਤੁਹਾਨੂੰ। ਫਿਰ ਵੀ ਅਗਰ ਤੁਹਾਨੂੰ ਕੋਈ ਇਹਦੇ ਵਿੱਚ ਡਾਊਟ ਆ ਜਾਂ ਪੂਰੀ ਤਰ੍ਹਾਂ ਸਮਝ ਨਹੀਂ ਆਇਆ, ਕੋਈ ਕੁਐਸਚਨਸ ਨੇ ਤੁਹਾਨੂੰ ਨਹੀਂ ਸਮਝ ਪਾ ਸਕੇ ਤਾਂ ਤੁਸੀਂ ਮੈਨੂੰ ਰਿਸਪੌਂਡ ਕਰ ਸਕਦੇ ਹੋ ਮੇਰੀ ਮੇਲ ਤੇ ID ਤੇ। ਤਾਂ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਹੋਰ ਵੀ ਕਲੀਅਰ ਕਰਨ ਦੇ ਵਾਸਤੇ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਸੈਟਿੰਗ ਹੋ ਜਾਵੇ। ਥੈਂਕ ਯੂ।